ਸ਼੍ਰੋਮਣੀ ਅਕਾਲੀ ਦਲ ਦਾ ਖਤਮ ਹੋਣਾ ਇਹ ਸਿੱਖਾਂ ਲਈ ਬੜਾ ਘਾਤਕ ਹੈ। ਖਤਮ ਤੇ ਹੋਇਆ ਬਾਦਲ ਦਾ ਪਰਿਵਾਰ, ਉਹ ਅਕਾਲੀ ਦਲ ਨੂੰ ਖਤਮ ਕਰੀ ਜਾ ਰਿਹਾ। ਅਕਾਲੀ ਦਲ ਇੱਕ ਲਹਿਰ ਆ, ਇਹਨੂੰ ਨਾ ਕੋਈ ਖਤਮ ਕਰ ਸਕਿਆ ਤੇ ਨਾ ਕਰ ਸਕਦਾ। ਮੈਂ ਦਿੱਲੀ ਨੂੰ ਵੀ ਕਹਿਣਾ ਚਾਹੁੰਦਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਖਤਮ ਹੋਣਾ ਦੇਸ਼ ਲਈ ਵੀ ਘਾਤਕ ਹੈ। ਦਿੱਲੀ ਨੂੰ ਅਪੀਲ ਕਰ ਰਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਬਚਾਓ, ਕਿਉਂਕਿ ਇਹਨੇ ਦੇਸ਼ ਬਚਾਇਆ ਸੀ। ਹੱਦ ਹੋ ਗਈ ਇਸ ਜਥੇਦਾਰ ਵਾਲੀ। ਅੱਜ ਜ਼ਰੂਰਤ ਹੈ ਇਸ ਗੱਲ ਦੀ ਕਿ ਜਿੰਨੇ ਵੀ ਸ਼੍ਰੋਮਣੀ ਅਕਾਲੀ ਦਲ ਦੇ ਧੜੇ ਨੇ, ਸਾਰੇ ਜਿਹੜੇ ਨੇ ਆਪਣੀ ਆਪਣੀ ਈਗੋ ਨੂੰ ਤਿਆਗ ਕੇ ਸ੍ਰੀ ਅਕਾਲ ਤਖਤ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਨੇ ਸਾਨੂੰ ਇੱਕ ਐਸਾ ਪਲੇਟਫਾਰਮ ਦਿੱਤਾ ਹੈ ਜਿੱਥੇ ਅਸੀਂ ਆਪਣੀ ਗੱਲ ਰੱਖ ਸਕਦੇ ਹਾਂ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਇਸ ਪੰਥ ਨੂੰ ਆਪਣਾ ਨੌਕਰ ਬਣਾ ਲਿਆ। ਸ਼੍ਰੋਮਣੀ ਅਕਾਲੀ ਦਲ ਇੱਕ ਸਿਆਸੀ ਪਾਰਟੀ ਨਹੀਂ ਹੈ। ਸ਼੍ਰੋਮਣੀ ਅਕਾਲੀ ਦਲ ਇੱਕ ਸੋਚ ਹੈ। ਤੁਸੀਂ ਕੌਮ ਦੀ ਮਿੱਟੀ ਰੋਲਤੀ, ਤੁਸੀਂ ਪਰਿਵਾਰ ਸਾਰਾ ਇੱਥੇ ਅਸਤੀਫੇ ਰੱਖੋ ਤੇ ਅਕਾਲੀ ਦਲ ਦਾ ਖਹਿੜਾ ਛੱਡੋ, ਅਸੀਂ ਨਵੀਂ ਜਮਾਤ ਬਣਾਈ। ਸਿੱਖਾਂ ਦੇ ਵਿੱਚ ਬਦਤਮੀਜ਼ੀ ਜਿਹੜੀ ਹੈ ਉਹ ਬਹੁਤ ਜ਼ਿਆਦਾ ਜਿਹੜੀ ਹੈ ਇੱਕ ਵੱਡਾ ਵਿਕਾਰ ਦੇ ਰੂਪ ਵਿੱਚ ਪੈਦਾ ਹੋ ਗਈ। ਕੁਛ ਵੀ ਬੋਲੀ ਜਾ ਰਿਹਾ, ਕਦੀ ਸਿੱਖ ਕੌਮ ਬਦਤਮੀਜ਼ ਹੋ ਗਈ ਹੈ। ਦੱਸੋ, ਹੱਦ ਹੋ ਗਈ। ਮੈਂ ਕੀ ਇਸ ਬੰਦੇ ਲਈ ਕਹਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲਗਾਤਾਰ ਹੀ ਦੇਸ਼ਾਂ ਵਿਦੇਸ਼ਾਂ ਤੋਂ ਬਹੁਤ ਸਾਰੇ ਸੁਹਿਰਦ ਸਿੱਖ ਸਿਧਾਂਤ, ਸਿੱਖ ਫਲਸਫੇ ਔਰ ਖਾਸ ਤੌਰ ਤੇ ਸਿੱਖ ਰਾਜਨੀਤੀ ਦੇ ਵਿੱਚ ਡੂੰਘੀ ਦਿਲਚਸਪੀ ਰੱਖਣ ਵਾਲੇ ਔਰ ਸਮਝ ਰੱਖਣ ਵਾਲੇ ਸਿੱਖਾਂ ਦੇ ਫੋਨ, ਈਮੇਲਸ ਆ ਰਹੀਆਂ ਨੇ ਔਰ ਸ਼੍ਰੋਮਣੀ ਅਕਾਲੀ ਦਲ ਦੀ ਸਥਿਤੀ ਨੂੰ ਲੈ ਕੇ ਸਾਰੇ ਜਿਹੜੇ ਸਿੱਖ ਨੇ ਬੜੇ ਚਿੰਤਤ ਨੇ। ਖੁਸ਼ੀ ਵਾਲੀ ਗੱਲ ਹੈ ਕਿ ਉਹ ਸਿੱਖ ਵੀ ਚਿੰਤਤ ਨੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੀ ਮੌਜੂਦਾ ਲੀਡਰਸ਼ਿਪ ਦੇ ਨਾਲ ਕੋਈ ਇਤਫਾਕ ਨਹੀਂ ਰੱਖਦੇ। ਇਹ ਇੱਕ ਚੰਗੀ ਗੱਲ ਹੈ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦਾ ਖਤਮ ਹੋਣਾ ਇਹ ਸਿੱਖਾਂ ਲਈ ਬੜਾ ਘਾਤਕ ਹੈ। ਇਸ ਲਈ ਸਿੱਖ ਚਿੰਤਤ ਨਜ਼ਰ ਆ ਰਹੇ। ਔਰ ਮੈਂ ਦਿੱਲੀ ਨੂੰ ਵੀ ਕਹਿਣਾ ਚਾਹੁੰਦਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਖਤਮ ਹੋਣਾ ਦੇਸ਼ ਲਈ ਵੀ ਘਾਤਕ ਹੈ, ਦੇਸ਼ ਲਈ ਵੀ ਸਹੀ ਨਹੀਂ ਹੈ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਇੱਕ ਅਜਿਹੀ ਪਾਰਟੀ ਹੈ ਜਿਸ ਨੇ ਹਿੰਦੁਸਤਾਨ ਨੂੰ, ਭਾਰਤ ਨੂੰ ਆਜ਼ਾਦ ਕਰਾਉਣ ਦੇ ਵਿੱਚ ਆਪਣਾ ਬਣਦਾ ਜਿਹੜਾ ਹੈ ਉਹ ਰੋਲ ਅਦਾ ਕੀਤਾ ਹੈ, ਬਣਦਾ ਯੋਗਦਾਨ ਜਿਹੜਾ ਹੈ ਉਹ ਪਾਇਆ। ਅੱਜ ਜ਼ਰੂਰਤ ਹੈ ਇਸ ਗੱਲ ਦੀ ਕਿ ਜਿੰਨੇ ਵੀ ਸ਼੍ਰੋਮਣੀ ਅਕਾਲੀ ਦਲ ਦੇ ਧੜੇ ਨੇ, ਸਾਰੇ ਜਿਹੜੇ ਨੇ ਆਪਣੀ ਆਪਣੀ ਈਗੋ ਨੂੰ ਤਿਆਗ ਕੇ ਸ੍ਰੀ ਅਕਾਲ ਤਖਤ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਨੇ ਸਾਨੂੰ ਇੱਕ ਐਸਾ ਪਲੇਟਫਾਰਮ ਦਿੱਤਾ ਹੈ ਜਿੱਥੇ ਅਸੀਂ ਆਪਣੀ ਗੱਲ ਰੱਖ ਸਕਦੇ ਹਾਂ। ਉੱਥੇ ਸਾਨੂੰ ਬੈਠ ਕੇ ਇਕੱਠੇ ਹੋ ਕੇ ਤੁਰਨ ਦੀ ਬਹੁਤ ਵੱਡੀ ਜ਼ਰੂਰਤ ਹੈ। ਸ਼੍ਰੋਮਣੀ ਅਕਾਲੀ ਦਲ ਦਾ ਜਨਮ ਕੇਵਲ ਰਾਜ ਸੱਤਾ ਪ੍ਰਾਪਤ ਕਰਨ ਲਈ ਨਹੀਂ ਹੋਇਆ, ਬਲਕਿ ਸ਼੍ਰੋਮਣੀ ਅਕਾਲੀ ਦਲ ਦਾ ਜਨਮ ਖਾਲਸੇ ਦੇ ਬੋਲ ਬਾਲੇ, ਖਾਲਸੇ ਦੀ ਚੜ੍ਹਦੀ ਕਲਾ ਲਈ ਹੋਇਆ। ਸ਼੍ਰੋਮਣੀ ਅਕਾਲੀ ਦਲ ਇੱਕ ਸਿਆਸੀ ਪਾਰਟੀ ਨਹੀਂ ਹੈ। ਸ਼੍ਰੋਮਣੀ ਅਕਾਲੀ ਦਲ ਇੱਕ ਸੋਚ ਹੈ। ਅਗਰ ਉਹ ਸੋਚ ਬਰਕਰਾਰ ਹੈ ਤੇ ਸ਼੍ਰੋਮਣੀ ਅਕਾਲੀ ਦਲ ਬਰਕਰਾਰ ਹੈ, ਸ਼੍ਰੋਮਣੀ ਅਕਾਲੀ ਦਲ ਖੜਾ ਹੈ। ਇਸ ਲਈ ਉਸ ਸੋਚ ਨੂੰ ਮੁੜ ਉਭਾਰਨ ਦੀ ਜਿਹੜੇ ਬਹੁਤ ਵੱਡੀ ਜ਼ਰੂਰਤ ਹੈ। ਸ੍ਰੀ ਅਕਾਲ ਤਖਤ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਜਿਨ੍ਹਾਂ ਆਪਣੇ ਉਦੇਸ਼ਾਂ ਦੀ, ਟੀਚਿਆਂ ਦੀ ਪੂਰਤੀ ਲਈ ਪੈਦਾ ਹੋਇਆ ਸੀ, ਉਹਨਾਂ ਉਦੇਸ਼ਾਂ ਤੇ ਟੀਚਿਆਂ ਦੀ ਪੂਰਤੀ ਵਾਸਤੇ ਇਸ ਨੂੰ ਮੁੜ ਜਿਹੜਾ ਹੈ ਉਹ ਯਤਨ ਆਰੰਭ ਕਰਨਾ ਚਾਹੀਦਾ ਹੈ। ਇੱਕ ਮੈਂ ਗੱਲ ਖਾਸ ਤੌਰ ਤੇ ਹੋਰ ਕਹਿਣੀ ਚਾਹੁੰਦਾ ਕਿ ਅੱਜ ਸਿੱਖ ਸਮਾਜ ਦੇ ਵਿੱਚ ਜਾਤ ਪਾਤ, ਵਿਤਕਰੇਬਾਜ਼ੀਆਂ, ਨਫ਼ਰਤਬਾਜ਼ੀਆਂ ਔਰ ਵੱਡੀ ਗੱਲ ਕਿ ਸਿੱਖਾਂ ਦੇ ਵਿੱਚ ਬਦਤਮੀਜ਼ੀ ਜਿਹੜੀ ਹੈ ਉਹ ਬਹੁਤ ਜ਼ਿਆਦਾ ਜਿਹੜੀ ਹੈ ਇੱਕ ਵੱਡਾ ਵਿਕਾਰ ਦੇ ਰੂਪ ਦੇ ਵਿੱਚ ਪੈਦਾ ਹੋ ਗਈ। ਇਸ ਨੂੰ ਦੂਰ ਕਰਨ ਦੇ ਲਈ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਯਤਨਸ਼ੀਲ ਹੋਣਾ ਚਾਹੀਦਾ ਹੈ। ਔਰ ਭਾਰਤ ਦੀ ਰਾਜਨੀਤੀ ਦੇ ਵਿੱਚ ਨਹੀਂ, ਮੈਂ
ਕੇਵਲ ਪੰਜਾਬ ਦੀ ਰਾਜਨੀਤੀ ਦੀ ਗੱਲ ਕਰਾਂਗਾ ਕਿ ਪੰਜਾਬ ਦੀ ਰਾਜਨੀਤੀ ਦੇ ਵਿੱਚ ਬਹੁਤ ਨਿਗਾਰ ਆ ਚੁੱਕੇ ਹੈ। ਬੋਲਬਾਣੀ, ਸ਼ਬਦਾਵਲੀ ਨੇਤਾਵਾਂ ਦੀ ਬਹੁਤ ਹੀ ਨੀਵੇਂ ਦਰਜੇ ਦੀ ਹੋ ਚੁੱਕੀ ਹੈ। ਤਾਂ ਸ਼੍ਰੋਮਣੀ ਅਕਾਲੀ ਦਲ ਨੂੰ ਇਸ ਪਾਸੇ ਵੀ ਬਹੁਤ ਵੱਡਾ ਜਿਹੜਾ ਹੈ ਉਹ ਹਮਲਾ ਮਾਰਨ ਦੀ ਜ਼ਰੂਰਤ ਹੈ। ਉਹ ਆਪਣੇ ਪੁਰਾਣੇ ਸਰੂਪ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਅੱਜ ਆਉਣ ਦੀ ਬਹੁਤ ਵੱਡੀ ਜਿਹੜੀ ਹੈ ਉਹ ਲੋੜ ਹੈ, ਵੱਡੀ ਜ਼ਰੂਰਤ ਹੈ। ਮੈਂ ਸਾਰੀਆਂ ਗੱਲਾਂ ਇਸ ਕਰਕੇ ਕਹਿ ਰਿਹਾ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦਾ ਜਨਮ 14 ਦਸੰਬਰ 1920 ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ਾਂ ਤੇ ਹੋਇਆ ਹੈ ਔਰ ਸ੍ਰੀ ਅਕਾਲ ਤਖਤ ਸਾਹਿਬ ਸਿੱਖ ਭਾਵਨਾਵਾਂ ਦੀ ਤਰਜਮਾਨੀ ਕਰਦਾ ਹੈ ਔਰ ਸਿੱਖ ਭਾਵਨਾਵਾਂ ਅੱਜ ਉਹ ਇਹ ਕਹਿ ਰਹੀਆਂ ਨੇ ਕਿ ਅਕਾਲੀ ਦਲ ਮਜ਼ਬੂਤ ਹੋਵੇ, ਅਕਾਲੀ ਦਲ ਤਾਕਤਵਰ ਹੋਵੇ। ਤਾਂ ਸਾਨੂੰ ਮੌਜੂਦਾ ਜਿਹੜੀ ਸਾਡੀ ਲੀਡਰਸ਼ਿਪ ਹੈ ਉਸ ਨੂੰ ਵੱਖ-ਵੱਖ ਧੜਿਆਂ ਦੇ ਵਿੱਚ ਵੰਡੇ ਹੋਏ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਨੇ ਉਹਨਾਂ ਨੂੰ ਆਪਣੀ ਈਗੋ ਤਿਆਗ ਕੇ, ਆਪਣੀ ਹਉਮੈ ਤਿਆਗ ਕੇ ਉਹ ਗੁਣ ਜਿਹੜੇ ਗੁਰਬਾਣੀ ਨੇ ਦੱਸੇ ਨੇ, ਸਬਰ, ਸੰਜਮ, ਸੰਤੋਖ ਔਰ ਸਭ ਤੋਂ ਵੱਡਾ ਤਿਆਗ, ਇਹਨਾਂ ਗੁਣਾਂ ਨੂੰ ਧਾਰਨ ਕਰਨ ਦੀ ਸਭ ਤੋਂ ਵੱਡੀ ਜ਼ਰੂਰਤ ਹੈ। ਮੈਂ ਵਾਹਿਗੁਰੂ ਅੱਗੇ ਅਰਦਾਸ ਕਰਦਾ ਕਿ ਉਹ ਸਮੂਹ ਸਿੱਖਾਂ ਨੂੰ ਤਾਕਤ ਬਖਸ਼ਣ, ਹਿੰਮਤ ਬਖਸ਼ਣ, ਤਾਂ ਕਿ ਸਿੱਖ ਜਿਹੜੇ ਨੇ ਇਕਜੁੱਟ ਹੋ ਕੇ ਸ੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਦੇ ਵਿੱਚ ਤੁਰਨ ਤੇ ਆਪਣੇ ਟੀਚਿਆਂ ਦੀ ਪੂਰਤੀ ਵੱਲ ਜਿਹੜਾ ਹੈ ਉਹ ਵਧਣ ਤੇ ਆਪਣੇ ਟੀਚਿਆਂ ਦੇ ਵਿੱਚ, ਆਪਣੇ ਉਦੇਸ਼ਾਂ ਦੇ ਵਿੱਚ ਕਾਮਯਾਬ ਹੋਣ। ਇਹ ਮੇਰੀ ਅਕਾਲ ਪੁਰਖ ਵਾਹਿਗੁਰੂ ਅੱਗੇ ਅਰਦਾਸ ਹੈ। ਮੈਂ ਇੱਕ ਵਾਰੀ ਫਿਰ ਅਪੀਲ ਕਰਦਾ ਸਾਰੇ ਸ਼੍ਰੋਮਣੀ ਅਕਾਲੀ ਦਲ ਦੇ ਜਿੰਨੇ ਵੀ ਧੜੇ ਨੇ ਉਹਨਾਂ ਨੂੰ ਕਿ ਸ੍ਰੀ ਅਕਾਲ ਤਖਤ ਸਾਹਿਬ ਤੇ ਆਓ, ਬੈਠੋ। ਸ੍ਰੀ ਅਕਾਲ ਤਖਤ ਸਾਹਿਬ ਤੁਹਾਡਾ ਹੈ। ਸ੍ਰੀ ਅਕਾਲ ਤਖਤ ਸਾਹਿਬ ਵੱਲ ਮੁੱਖ ਕਰੋ। ਸ੍ਰੀ ਅਕਾਲ ਤਖਤ ਸਾਹਿਬ ਤੁਹਾਡੀ ਤਾਕਤ ਬਣੇਗਾ ਔਰ ਤੁਸੀਂ ਤਾਕਤਵਰ ਹੋਵੋਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੋਮਣੀ ਅਕਾਲੀ ਦਲ ਨੂੰ ਨਮੋਸ਼ੀ ਭਰੀ ਹਾਰ ਦਾ ਸਾਹਮਣਾ ਕੀ ਕਰਨਾ ਪਿਆ। ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਤੌਖਲਾ ਕੀਤਾ, ਇੰਨਾ ਜ਼ਿਆਦਾ ਤੌਖਲਾ ਕੀਤਾ ਕਿ ਲੱਗਦਾ ਖੁਦ ਹੀ ਸਦਮੇ 'ਚ ਚਲੇ ਗਏ ਨੇ ਕਿ ਸੈਂਟਰ ਸਰਕਾਰ ਨੂੰ ਕਹਿ ਰਹੇ ਨੇ ਕਿ ਅਕਾਲੀ ਦਲ ਬਚਾਉਣ ਦੀ ਲੋੜ ਆ। ਸਿੱਖ ਇੱਦਾਂ ਦੇ ਸ਼ਬਦ ਬੋਲੇ ਹੈਗੇ ਨੇ, ਉਹ ਅਸੀਂ ਦੱਸ ਨਹੀਂ ਸਕਦੇ ਹੈਗੇ। ਪਰ ਅਕਾਲੀ ਦਲ ਤੇ ਸਿਰਫ ਕੀ ਉਹੀ ਪੰਥ ਆ ਜਾਂ ਪੰਥ ਸ਼੍ਰੋਮਣੀ ਅਕਾਲੀ ਦਲ ਆ? ਇਸ ਮਸਲੇ ਨੂੰ ਸਮਝਣ ਦਾ ਯਤਨ ਕਰਾਂਗੇ ਅਸੀਂ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਹੋਣਾ ਕੋਲ। ਭਾਈ ਸਾਹਿਬ ਬਹੁਤ ਬਹੁਤ ਸਵਾਗਤ ਹੈ। ਵਾਹਿ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਿਆਨੀ ਹਰਪ੍ਰੀਤ ਸਿੰਘ ਦਾ ਬਿਆਨ ਤਾਂ ਤੁਸੀਂ ਵੀ ਸੁਣ ਲਿਆ ਹੋਊਗਾ ਜੀ, ਉਹਨਾਂ ਦਾ ਤੌਖਲਾ ਜਾਇਜ਼ ਆ? ਨਹੀਂ, ਇਹ ਮੈਨੂੰ ਲੱਗਦਾ ਹੈ ਕਿ ਇਹ ਗਿਆਨੀ ਹਰਪ੍ਰੀਤ ਸਿੰਘ ਨੂੰ ਸਾਡੀਆਂ ਸਿੱਖ ਰਵਾਇਤਾਂ, ਸ਼ਾਨਾਂ ਮਤੇ, ਇਤਿਹਾਸ ਦਾ ਗਿਆਨ ਨਹੀਂ। ਅਕਾਲੀ ਦਲ ਕੀ ਆ ਉਹਦਾ ਗਿਆਨ ਨਹੀਂ। ਜਿਹੜਾ ਉਹ ਕਹਿੰਦਾ ਕਿ ਅਕਾਲੀ ਦਲ ਦਾ ਖਤਮ ਹੋਣਾ ਕੌਮ ਲਈ ਘਾਤਕ ਆ, ਉਹਨੂੰ ਸ਼ਰਮ ਆਉਣੀ ਚਾਹੀਦੀ ਵੀ ਖਤਮ ਤੇ ਹੋਇਆ ਬਾਦਲ ਦਾ ਪਰਿਵਾਰ, ਉਹ ਅਕਾਲੀ ਦਲ ਨੂੰ ਖਤਮ ਕਰੀ ਜਾ ਰਿਹਾ। ਅਕਾਲੀ ਦਲ ਇੱਕ ਲਹਿਰ ਆ, ਇਹਨੂੰ ਨਾ ਕੋਈ ਖਤਮ ਕਰ ਸਕਿਆ ਤੇ ਨਾ ਕਰ ਸਕਦਾ। ਔਰ ਮੈਂ ਹੈਰਾਨ ਹੈ ਇਸ ਬੰਦੇ ਦੇ। ਦਿੱਲੀ ਨੂੰ ਅਪੀਲ ਕਰ ਰਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਬਚਾਓ ਕਿਉਂਕਿ ਇਹਨੇ ਦੇਸ਼ ਬਚਾਇਆ ਸੀ। ਹੱਦ ਹੋ ਗਈ ਇਸ ਜਥੇਦਾਰ ਵਾਲੀ। ਮੈਨੂੰ ਲੱਗਦਾ ਕਿ ਇਹਦੀ ਉਮਰ ਬਹੁਤ ਛੋਟੀ ਆ। ਇਹਨੂੰ ਨੌਕਰੀ ਉਹਨੇ ਬਾਦਲ ਨੇ ਪਤਾ ਨਹੀਂ ਕਿਉਂ ਤਰਸ ਖਾ ਕੇ ਦੇਤੀ ਆ ਤੇ ਇਹ ਜਸਟਿਸ ਨਹੀਂ ਕਰ ਰਿਹਾ। ਇਹ ਜਥੇਦਾਰ ਅਕਾਲ ਤਖਤ ਨੂੰ ਦਾਗੀ ਕਰ ਰਿਹਾ। ਜਿਹੜਾ ਨਾ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦਾ ਅਗਰ ਮਾਣਮੱਤਾ ਇਤਿਹਾਸ ਫਰੋਲੀਏ, ਹਮੇਸ਼ਾ ਸਰਕਾਰਾਂ ਦੇ ਖਿਲਾਫ ਡਟਿਆ ਰਿਹਾ। ਅੱਜ ਉਸ ਸ਼੍ਰੋਮਣੀ ਅਕਾਲੀ ਦਲ ਨੂੰ ਇਹ ਕਹਿ ਕੇ ਸੈਂਟਰ ਬਚਾਵੇ, ਕਿਉਂ? ਸੈਂਟਰ ਕਿਵੇਂ ਬਚਾ ਸਕਦਾ? ਇੱਕ ਸੋਚ ਨੂੰ, ਇੱਕ ਲਹਿਰ ਨੂੰ ਕਿਵੇਂ ਬਚਾ ਸਕਦਾ ਸੈਂਟਰ? ਇੱਕ ਤਾਂ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਵੀ ਪ੍ਰਧਾਨ ਕਦੀ ਆਪ ਨਹੀਂ ਹਾਰਿਆ। ਪਹਿਲੀ ਗੱਲ ਤੇ ਉਹ ਲੜਦੇ ਨਹੀਂ ਸੀ ਹੁੰਦੇ ਪ੍ਰਧਾਨ। ਉਹ ਆਪਣੀ ਸਾਦਗੀ ਵਾਲੇ ਜੀਵਨ ਦੇ ਵਿੱਚ ਐਜ਼ ਅਕਾਲੀ, ਐਜ਼ ਗੁਰੂ ਦੇ ਸੇਵਕ ਆਪਣੇ ਸੇਵਕਾਂ ਦੇ ਵਿੱਚ ਵਿਚਰਦੇ ਸੀ, ਆਪਣੇ ਵਰਕਰਾਂ ਦੇ ਵਿੱਚ ਵਿਚਰਦੇ ਸੀ ਤੇ ਚਾਅ ਚੜ੍ਹ ਦਿੰਦੇ ਸੀ ਲੋਕਾਂ ਨੂੰ ਜਦੋਂ ਪਿੰਡ ਜਾਂਦੇ ਸੀ। ਤੋ ਅੱਜ ਜਿਹੜਾ ਪ੍ਰਧਾਨ ਦਾ ਹਾਲ ਜੋ ਹਸ਼ਰ ਹੋਇਆ ਉਹ ਉਹਦੇ ਤੋਂ ਮੈਨੂੰ ਲੱਗਦਾ ਕਿ ਅਜੇ ਵੀ ਬਾਦਲ ਪਰਿਵਾਰ ਸਬਕ ਨਹੀਂ ਸਿੱਖ ਰਿਹਾ। ਇਹ ਕੌਮ ਜਿਉਂਦੀ ਆ, ਆਪਣੇ ਗੁਰੂ ਦੇ ਨਾਂ 'ਤੇ ਜਿਉਂਦੀ ਆ। ਪੰਥ ਕੀ ਆ ਇਹ ਜਥੇਦਾਰ ਨੂੰ ਪਤਾ ਨਹੀਂ, ਗਿਆਨੀ ਹਰਪ੍ਰੀਤ ਸਿੰਘ ਨੂੰ। ਪੰਥ ਕਿਹਨੂੰ ਕਹਿੰਦੇ ਆ? ਸ਼੍ਰੋਮਣੀ ਅਕਾਲੀ ਦਲ ਖਤਮ ਹੋ ਸਕਦਾ? ਨਹੀਂ, ਮੈਂ ਤੁਹਾਨੂੰ ਪਹਿਲਾਂ ਕਿਹਾ ਸ਼੍ਰੋਮਣੀ ਅਕਾਲੀ ਦਲ ਇੱਕ ਜਮਾਤ ਆ ਜਿਹੜੀ ਸਾਡੇ ਬਜ਼ੁਰਗਾਂ ਨੇ ਬਣਾਈ। ਔਰ ਇਹ ਇੱਕ ਤਿਆਗ ਦਾ ਨਾਂ ਆ। ਦੂਸਰਾ
ਇੱਕ ਕੁਰਬਾਨੀ ਦਾ ਨਾਂ ਹੈ ਦੂਸਰਾ ਅਕਾਲੀ। ਇਹ ਜਿਹੜਾ ਪੰਥ ਸ਼ਬਦ ਆ, ਪੰਥ ਸ਼ਬਦ ਦਾ ਇਹਨੂੰ ਗਿਆਨੀ ਨੂੰ ਪਤਾ ਨਹੀਂ ਇਹ ਪੰਥ ਸ਼ਬਦ ਕਿਹਨੂੰ ਕਹਿੰਦੇ। ਦਸਮ ਪਾਤਸ਼ਾਹ ਨੇ ਇਹਨੂੰ ਆਪਣੇ ਸਰੀਰ ਦਾ ਰੁਤਬਾ ਦਿੱਤਾ ਹੈ। ਮੇਰੀ ਆਤਮਾ ਗ੍ਰੰਥ ਵਿੱਚ, ਪ੍ਰਾਣ ਪੰਥ ਵਿੱਚ। ਤੋ ਇਹ ਜਿਹੜਾ ਜੋ ਕੁਛ ਵੀ ਬੋਲੀ ਜਾ ਰਿਹਾ, ਕਦੀ ਸਿੱਖ ਕੌਮ ਬਦਤਮੀਜ਼ ਹੋ ਗਈ ਆ, ਦੱਸੋ ਹੱਦ ਹੋ ਗਈ। ਮੈਂ ਕੀ ਇਸ ਬੰਦੇ ਲਈ ਕਹਾ। ਇਸ ਸ਼ਬਦ ਜਿਹੜਾ ਜਥੇਦਾਰ ਸਾਹਿਬ ਦਾ ਇੱਕ ਆਇਆ ਕਿ ਇਹ ਸਮਝਿਆ ਜਾਵੇ ਕਿ ਸ਼੍ਰੋਮਣੀ ਅਕਾਲੀ ਦਲ ਲਈ ਬਾਦਲ ਤੌਂਖਲਾ ਤੇ ਉਹਨਾਂ ਦਾ ਹੀ ਹੈ ਨਾ ਜੀ, ਕਿ ਬਚਾ ਲਓ। ਅਸਲ 'ਚ ਇਹ ਜਿਸ ਤਰ੍ਹਾਂ ਮੈਨੂੰ ਲੱਗਦਾ ਹੈ ਕਿ ਇਹਨੇ ਕਾਗਜ਼ ਰੱਖਿਆ ਅੱਗੇ ਤੇ ਉਹ ਪੜ੍ਹ ਕੇ ਸੁਣਾਈ ਜਾ ਰਿਹਾ, ਜੋ ਇਹਨੂੰ ਦਿੱਤਾ ਬੋਲੀ ਜਾ ਰਿਹਾ। ਇਹਨੂੰ ਪਤਾ ਨਹੀਂ ਕਿ ਜਿਹੜਾ ਸ਼੍ਰੋਮਣੀ ਅਕਾਲੀ ਦਲ ਆ ਇਹ ਇੱਕ ਜਮਾਤ ਆ, ਤੇ ਇਹ ਜਮਾਤ ਜਿਹੜੀ ਆ ਇਹ ਬੜੇ ਲੰਬੇ ਸਮੇਂ ਤੋਂ ਸੰਘਰਸ਼ ਦੇ ਨਾਲ ਹੋਣ 'ਚ ਆਈ ਆ, ਤੇ ਇਹ ਕਿਤੇ ਵੀ ਇਹਨੇ ਗੁਰੂ ਨੂੰ ਪਿੱਠ ਨਹੀਂ ਦਿੱਤੀ, ਇਹਦੇ ਸੇਵਕਾਂ ਨੇ ਪਿੱਠ ਨਹੀਂ ਦਿੱਤੀ, ਇਹਦੇ ਵਰਕਰਾਂ ਨੇ ਵਾਹਿਗੁਰੂ ਵਾਹਿਗੁਰੂ ਕਰਦਿਆਂ ਜਾਨਾਂ ਦਿੱਤੀਆਂ। ਲੇਕਿਨ ਅੱਜ ਉਹ ਅਕਾਲੀ ਦਲ ਦਾ ਜਿਹੜੀ ਅਸਲੀ ਰੂਹ ਸੀ ਉਹ ਕੱਢ ਕੇ ਸੁੱਟ ਦਿੱਤੀ 92 'ਚ ਪ੍ਰਕਾਸ਼ ਸਿੰਘ ਬਾਦਲ ਨੇ, ਜਦੋਂ ਇਹਨੂੰ ਪੰਜਾਬੀ ਦਲ ਦੇ ਵਿੱਚ ਬਦਲ ਦਿੱਤਾ। ਅਕਾਲੀ ਸ਼ਬਦ ਜਿਹੜਾ ਸੀ ਉਦੋਂ ਆਪਣਾ ਵੇਲਾ ਵਿਹਾ ਗਿਆ। ਤੋ ਇਹ ਜਿਹੜਾ ਇਹਦਾ ਬੇਸ ਹੈ ਅਕਾਲੀ ਦਲ ਦਾ, ਉਹ ਖੁਰਨ ਵਾਲਾ ਨਹੀਂ। ਬੰਦੇ ਖੁਰ ਜਾਣਗੇ, ਪਰਿਵਾਰ ਖੁਰ ਜਾਣਗੇ, ਅਕਾਲੀ ਦਲ ਦਾ ਬੇਸ ਨਹੀਂ ਖੁਰਨ ਵਾਲਾ। ਅੱਛਾ, ਮੈਂ ਉਸ ਜਿਹੜਾ ਸ਼ਬਦ ਜਥੇਦਾਰ ਸਾਹਿਬ ਨੇ ਬੋਲਿਆ ਹੈਗਾ ਵੀ ਬਦਤਮੀਜ਼ ਹੋ ਗਏ ਨੇ, ਕੌਣ ਬਦਤਮੀਜ਼ ਹੋ ਗਏ ਨੇ ਜੀ? ਇਹ ਅਸਲ 'ਚ ਇਹਨਾਂ ਨੂੰ ਨਾ ਇੰਨੀ ਕੀ ਤਮੀਜ਼ ਬਾਦਲ ਦੇ ਪਰਿਵਾਰ ਨੂੰ ਆ ਜਿੰਨੀ ਕੁ ਉਹਨਾਂ ਸਿਖਾਈ ਆ। ਕਦੀ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਵਿਗਾੜਦੇ ਨੇ, ਨਿਸ਼ਚੈ ਕਰ ਅਰਨ ਜੇਲਨੀ ਕੀ ਜੀਤ ਕਰੋ। ਤੇ ਉਹਦੀ ਭੈਣ ਬੋਲਦੀ ਆ ਕਿ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਰਾਮ ਜੀ ਕੀ ਜੈ। ਕਿਹਨੂੰ ਖੁਸ਼ ਕਰਨ ਲਈ? ਤੋ ਅੱਜ ਕਿਹੜਾ ਅਕਾਲੀ ਜਿਹਦੇ ਗੁੱਟ ਜਿਹੜੇ ਆ ਲਾਲ ਡੋਰੇ ਦੇ ਨਾਲ ਭਰੇ ਹੋਏ ਨਹੀਂਗੇ? ਇਹ ਕਿਹਨੇ ਬਣਵਾਏ? ਜੇ ਸੈਂਟਰ ਦੀ ਸ਼ਰਨ 'ਚ ਲਿਆਂਦਾ, ਭਾਜਪਾ ਦੀ ਸ਼ਰਨ 'ਚ ਲਿਆਂਦਾ ਕੌਮ ਨੂੰ, ਅਕਾਲੀ ਦਲ ਨੂੰ, ਤੇ ਕਿਹਨੇ ਲਿਆਂਦਾ? ਤੋ ਅੱਜ ਕੋਈ ਸਿੱਖ ਜਿਹੜਾ ਉਹ ਆਪਣੀ ਮਰਜ਼ੀ ਨਾਲ ਭਾਜਪਾ ਜਾ ਰਿਹਾ, ਤੇ ਤੂੰ ਉਹਨੂੰ ਕਹਿ ਰਿਹਾ ਕਿ ਇਹਦੇ ਸਾਹਮਣੇ ਜੀ ਇੱਕ ਉਹ ਹੱਥ ਘੜੀ ਸੀ, ਜਾਂ ਤੇ ਕੈਦ ਦੇ ਵਿੱਚ ਜਾਣ ਲਈ ਤਿਆਰ ਹੋ ਜਾਂ ਫਿਰ ਭਾਜਪਾ ਜਾਣ ਤਿਆਰ ਹੋ। ਤੇ ਸਰਸਾ ਸਾਹਿਬ ਚਲੇ ਗਏ। ਜੋ ਸਰਸਾ ਸਾਹਿਬ ਚਲੇ ਗਏ, ਉਹੀ ਸਰਸਾ ਉਸੇ ਹੋਮ ਮਿਨਿਸਟਰ ਨਾਲ ਆ ਰਿਹਾ, ਤੇ ਤੂੰ ਵੈਲਕਮ ਕਰ ਰਿਹਾ, ਤੂੰ ਉਹਨੂੰ ਸਰੋਪੇ ਦੇ ਰਿਹਾ ਅਕਾਲ ਤਖਤ ਤੇ। ਵਜ੍ਹਾ ਤੋਂ ਮੈਨੂੰ ਲੱਗਦਾ ਇਹ ਜਿਹੜਾ ਉਹਨੇ ਸ਼ਬਦ ਕਿਹਾ ਨਾ ਕਿ ਦਿੱਲੀ ਨੂੰ ਮੇਰੀ ਅਪੀਲ ਆ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਬਚਾਵੇ, ਇਹ ਮੈਨੂੰ ਲੱਗਦਾ ਕਿ ਇਹਦੇ ਵਿੱਚ ਪਿੱਛੇ ਕੋਈ ਗੱਲ ਹੋਈ ਆ, ਇਹਦੇ ਪਿੱਛੇ ਕੋਈ ਸੌਦਾਬਾਜ਼ੀ ਹੋਈ ਆ, ਜਾਂ ਕੋਈ ਲੋਕਾਂ ਨੂੰ ਮੂੰਹ ਦਿਖਾਉਣ ਲਈ ਕੋਈ ਬਹਾਨਾ ਜਿਹੜਾ ਬਣ ਰਿਹਾ। ਇਹ ਇੱਕ ਸ਼ਬਦ ਹੈ ਕਿ ਅਕਾਲ ਤਖਤ ਹੋ ਗਿਆ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋ ਗਿਆ, ਅਕਾਲੀ ਦਲ ਇਹਦੇ 'ਚ RSS ਦਾ ਬੜਾ ਪ੍ਰਭਾਵ ਰਹਿੰਦਾ ਹੈਗਾ। ਹੁਣ ਜਥੇਦਾਰ ਸਾਹਿਬ ਕਹਿ ਰਹੇ ਨੇ ਕਿ ਸੈਂਟਰ ਬਚਾਵੇ, ਸੈਂਟਰ 'ਚ BJP ਰੂਲ ਕਰ ਰਹੀ ਹੈ, ਤੇ RSS ਤੇ BJP ਦੇ ਤੁਹਾਨੂੰ ਪਤਾ ਹੀ ਕਿ BJP ਦੀ RSS ਇੱਕੋ ਗੱਲ ਹੈਗੇ। ਮਤਲਬ ਕਿ ਇਹਨਾਂ ਨੂੰ ਲੱਗਦਾ ਕਿ ਸ਼੍ਰੋਮਣੀ ਅਕਾਲੀ ਦਲ ਹੁਣ ਭਾਰਤੀ ਜਨਤਾ ਪਾਰਟੀ ਚਲਾਊਗੀ ਜੀ। ਮੈਨੂੰ ਲੱਗਦਾ ਕਿ ਜਿਹੜਾ ਜਥੇਦਾਰਾਂ ਨੇ ਇਹਦੀ ਮੱਤ ਮਾਰੀ ਗਈ ਆ, ਇਹਨੂੰ ਪਤਾ ਨਹੀਂ ਮੈਂ ਕੀ ਬੋਲ ਰਿਹਾ। ਉਹਦੇ ਨਾਲ ਕੌਮ ਦੀ ਕਿੰਨੀ ਕੁ ਰਹਿੰਦੀ ਆ, ਕਿੰਨੀ ਕੁ ਬਚਦੀ ਆ, ਤੇ ਉਹਦਾ ਭਵਿੱਖ ਕੀ ਆ। ਇਹਨੂੰ ਆਪਣਾ ਮੈਨੂੰ ਲੱਗਦਾ ਇਹਨੂੰ ਆਪਣਾ ਵੀ ਡਰ ਸਤਾ ਰਿਹਾ ਕਿ ਜਿਹੜਾ ਹਸ਼ਰ ਅੱਜ ਬਾਦਲ ਦੇ ਪਰਿਵਾਰ ਦਾ ਹੋਇਆ, ਕੱਲ੍ਹ ਨੂੰ ਮੇਰਾ ਹੋਣ ਵਾਲਾ। ਇਹ ਜਿਹੜਾ ਰੋਲ ਆ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਰੋਲ ਆ, ਉਹ ਸ਼੍ਰੋਮਣੀ ਅਕਾਲੀ ਦਲ ਆ, ਉਹਦਾ ਡਾਊਨਫਾਲ ਬਹੁਤ ਜ਼ਿਆਦਾ ਆ ਗਿਆ। ਪਰ ਉਹ ਜਥੇਦਾਰ ਨੂੰ ਤੁਹਾਨੂੰ ਲੱਗਦਾ ਨਹੀਂ ਤੁਸੀਂ ਰਹੇ ਉਸ ਪਵਿੱਤਰ ਸਥਾਨ ਤੇ? ਜਥੇਦਾਰ ਹੈ ਨਹੀਂ, ਠੀਕ ਹੈ। ਮੈਂ ਕਹਿ ਰਿਹਾ ਕਿ ਜਥੇਦਾਰ ਨੂੰ ਤੇ ਇਹ ਸੋਚਣਾ ਚਾਹੀਦਾ ਨਾ ਕਿ ਪੰਥ ਚੜ੍ਹਦੀ ਕਲਾ 'ਚ ਕਿਵੇਂ ਰਵੇ। ਕੋਈ ਪਾਰਟੀ ਡਾਊਨ ਜਾਂਦੀ, ਅੱਪ ਜਾਂਦੀ, ਉਹ ਤੇ ਨਹੀਂ ਤੌਂਖਲਾ ਕਰਨਾ ਚਾਹੀਦਾ ਜਥੇਦਾਰ ਨੂੰ, ਕਿ ਕਰਨਾ ਚਾਹੀਦਾ ਉਹ ਵੀ ਤੌਂਖਲਾ? ਇਹ ਐਜ ਜਥੇਦਾਰ ਜੇ ਜਥੇਦਾਰ ਹੁੰਦਾ ਤੇ ਇਹਨੂੰ ਸਭ ਤੋਂ ਪਹਿਲਾਂ ਚਾਹੀਦਾ ਸੀ ਕਿ ਬਾਦਲ ਪਰਿਵਾਰ ਨੂੰ ਤਲਬ ਕਰਕੇ ਉਹਨਾਂ ਨੂੰ ਕਹਿੰਦਾ ਸੀ ਅਸਤੀਫੇ ਰੱਖੋ ਇੱਥੇ ਅਕਾਲ ਤਖਤ ਤੇ, ਤੁਹਾਡੇ ਵਾਸਤੇ ਦਾ ਰੋਗ ਨਹੀਂ ਇਸ ਜਮਾਤ ਨੂੰ ਸੰਭਾਲਣਾ। ਅੱਜ ਵੀ ਕਹਿ ਰਿਹਾ ਕਿ ਈਗੋ ਤਿਆਗ ਕੇ ਦੂਸਰੀਆਂ ਜਥੇਬੰਦੀਆਂ ਅਕਾਲ ਤਖਤ ਤੇ ਆਉਣ, ਇਹ ਤੁਹਾਡਾ ਆਪਣਾ, ਤੇ ਇਹਦੀ ਰਹਿਨਮਾਈ 'ਚ ਚੱਲੋ।
ਸਿੱਖ ਜਥੇਬੰਦੀਆਂ ਤੇ ਰਹਿਨਮਾਈ 'ਚ ਚੱਲਣਗੀਆਂ ਅਕਾਲ ਤਖਤ ਦੀ, ਤੇ ਅਕਾਲ ਤਖਤ ਕਿਹਦੀ ਰਹਿਨਮਾਈ 'ਚ ਚੱਲੂਗਾ? ਐਜ ਜਥੇਦਾਰ ਜੇ ਜਥੇਦਾਰ ਹੁੰਦਾ ਤੇ ਇਹਨੂੰ ਸਭ ਤੋਂ ਪਹਿਲਾਂ ਚਾਹੀਦਾ ਸੀ ਕਿ ਬਾਦਲ ਪਰਿਵਾਰ ਨੂੰ ਤਲਬ ਕਰਕੇ ਉਹਨਾਂ ਨੂੰ ਕਹਿੰਦਾ ਸੀ ਅਸਤੀਫੇ ਰੱਖੋ ਇੱਥੇ। ਭਰਾ ਨੂੰ ਮੌਤ ਦੇ ਮੂੰਹ 'ਚ ਫਸਾਉਣ ਵਾਲਾ ਰੋਲ ਅਦਾ ਕਰ ਰਿਹਾ ਇਹ ਗਿਆਨੀ, ਇਹਨੂੰ ਬਾਜ ਆਉਣਾ ਚਾਹੀਦਾ। ਜਥੇ ਸਾਹਿਬ ਫਿਰ ਪੁੱਛਣਾ ਚਾਹੂੰਗਾ, ਮੈਂ ਸਮਝਣਾ ਚਾਹੁੰਦਾ ਹਾਂ ਕਿ ਮੇਰਾ ਇੱਕ ਜਥੇਦਾਰ ਦਾ ਮਕਸਦ ਇਹ ਹੋਣਾ ਚਾਹੀਦਾ ਕਿ ਇੱਥੇ ਜਿਹੜੇ ਸਿੱਖ ਭਾਈਚਾਰਾ ਉਹ ਦੂਜੇ ਧਰਮਾਂ 'ਚ ਜਾ ਰਹੇ ਨੇ, ਕੋਈ ਈਸਾਈ ਬਣ ਰਿਹਾ ਹੈਗਾ। ਮੇਰਾ ਇਹ ਆ, ਮੈਂ ਸਮਝਣਾ ਚਾਹੁੰਦਾ ਹੈਗਾ ਕਿ ਤੌਖਲਾ ਤੇ ਉਹ ਹੋਣਾ ਚਾਹੀਦਾ। ਤੌਖਲਾ ਉਹਨਾਂ ਇਹ ਕਰ ਰਹੇ ਨੇ ਕਿ ਅਕਾਲੀ ਦਲ ਜਾਂ ਬਾਦਲ ਦਾ ਸਫਾਇਆ ਹੋ ਗਿਆ। ਕਿਹੜਾ ਜਾਇਜ਼ ਆ? ਉਹ ਵਾਲਾ ਮਕਸਦ ਜਾਇਜ਼ ਆ ਕਿ ਇਹ ਵਾਲਾ ਮਕਸਦ ਜਾਇਜ਼ ਆ? ਮੈਂ ਉਹੀ ਕਹਿਣਾ ਵੀ ਜੇ ਇਹ ਜਥੇਦਾਰ ਹੁੰਦਾ ਤੇ ਇਹਦਾ ਅੱਜ ਜੋ ਇਹਦੇ ਮੂੰਹ ਚੋਂ ਨਿਕਲਿਆ ਉਹ ਨਹੀਂ ਸੀ ਨਿਕਲਣਾ ਚਾਹੀਦਾ। ਇਹਦੇ ਮੂੰਹ ਚੋਂ ਨਿਕਲਣਾ ਚਾਹੀਦਾ ਸੀ ਕਿ ਤੁਸੀਂ ਕੌਮ ਦੀ ਮਿੱਟੀ ਰੋਲਤੀ, ਤੁਸੀਂ ਪਰਿਵਾਰ ਸਾਰਾ ਇੱਥੇ ਅਸਤੀਫੇ ਰੱਖੋ ਤੇ ਅਕਾਲੀ ਦਲ ਦਾ ਖਹਿੜਾ ਛੱਡੋ, ਅਸੀਂ ਨਵੀਂ ਜਮਾਤ ਬਣਾਈਏ, ਨਵੇਂ ਚਿਹਰੇ ਅੱਗੇ ਲਿਆਈਏ ਜਿਹੜੇ ਇਸ ਅਕਾਲੀ ਦਲ ਨੂੰ ਸੰਭਾਲ ਸਕਣ, ਜਿਹੜੇ ਸਾਡੇ ਸਿੱਖ ਭਾਈਚਾਰੇ ਨੂੰ ਲਾਮਬੰਦ ਕਰ ਸਕਣ। ਅੱਜ ਸਿੱਖ ਕੋਈ ਪਾਰਟੀਆਂ 'ਚ ਵੰਡਿਆ ਪਿਆ ਹੈ, ਅੱਜ ਪੰਜਾਬ ਦਾ ਮੇਲਾ ਭਰਿਆ ਪਿਆ ਪਰ ਸਿੱਖ ਗਵਾਚਿਆ ਪਿਆ ਉਹਦੇ ਵਿੱਚ, ਤੇ ਉਹਦੇ ਵਿੱਚ ਇਸ ਬੰਦੇ ਨੂੰ ਪਤਾ ਹੀ ਨਹੀਂ ਵੀ ਸਾਡੀ ਕੌਮ ਦਾ ਰੋਲ ਕੀ ਆ ਤੇ ਸਾਡੀ ਕੌਮ ਦੇ ਲੀਡਰਾਂ ਦਾ ਰੋਲ ਕੀ ਆ ਤੇ ਉਹਨਾਂ ਨੇ ਸਾਡੇ ਨਾਲ ਕੀਤਾ ਕੀ ਆ, ਤੇ ਜਿਹੜੇ ਲੀਡਰਾਂ ਨੇ ਕੀਤਾ ਉਹਨਾਂ ਦੇ ਸੋਲੇ ਅੱਜ ਫਿਰ ਤੂੰ ਗਾਈ ਜਾਣਾ। ਤੋ ਅਕਾਲ ਤਖਤ ਤੇ ਆਓ, ਅਕਾਲ ਤਖਤ ਤੇ ਆਓ, ਅਕਾਲ ਤਖਤ ਤੇ ਈਗੋ ਮਿਟਾ ਕੇ ਆਓ ਵੀ ਤੂੰ ਬਹੁਤ ਨਿਰਮਾਣਤਾ 'ਚ ਆ ਜਾਂ ਬਾਦਲ ਪਰਿਵਾਰ ਬਹੁਤ ਨਿਰਮਾਣਤਾ 'ਚ ਆ, ਬਾਕੀ ਪੰਥ ਈਗੋ 'ਚ ਆ। ਵੀ ਬਾਦਲ ਪਰਿਵਾਰ ਆਪਣੀ ਈਗੋ ਤੇ ਆ ਕੇ ਕਿਉਂ ਨਹੀਂ ਆਉਂਦਾ ਉੱਥੇ? ਆਪਣਾ ਰਿਜ਼ਾਈਨ ਕਰੇ, ਅਕਾਲ ਤਖਤ ਦੇ ਅੱਗੇ ਪੱਲਾ ਪਾ ਕੇ ਖੜੇ ਕਿ ਮੇਰੀ ਵਜ੍ਹਾ ਨਾਲ ਕੌਮ ਦੀ ਦੁਰਦਸ਼ਾ ਹੋਈ ਹੈ, ਅਸੀਂ ਦੋਸ਼ੀ ਹਾਂ। ਸ਼੍ਰੋਮਣੀ ਅਕਾਲੀ ਦਲ ਨੂੰ ਪੰਥ ਨੂੰ ਕਿਉਂ ਜੋੜਿਆ ਜਾਂਦਾ? ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਇਸ ਪੰਥ ਨੂੰ ਆਪਣਾ ਨੌਕਰ ਬਣਾ ਲਿਆ। ਦਸਮ ਪਾਤਸ਼ਾਹ ਨੇ ਪਾਤਸ਼ਾਹ ਬਣਾਇਆ ਸੀ, ਇਹਨੇ ਆਪਣਾ ਨੌਕਰ ਬਣਾ ਲਿਆ। ਇੱਥੇ ਆ ਕੇ ਅਸੀਂ ਮਰ ਗਏ, ਇੱਥੇ ਆ ਕੇ ਅਸੀਂ ਖਤਮ ਹੋ ਗਏ, ਇੱਥੇ ਆ ਕੇ ਇਹਦੀ ਜ਼ਬਾਨ ਬੰਦ ਹੋ ਜਾਂਦੀ ਇਸ ਜਥੇਦਾਰ ਦੀ। ਮੈਂ ਕਹਿ ਰਿਹਾ ਕਿ ਜਿਹੜੇ ਜਿੱਤੇ ਨੇ ਵਿਧਾਇਕ ਦੂਜੀਆਂ ਪਾਰਟੀਆਂ ਤੋਂ, ਉਹ ਸਿੱਖ ਨਹੀਂ ਹੈ। ਮਤਲਬ ਜਿਹੜਾ ਸ਼੍ਰੋਮਣੀ ਅਕਾਲੀ ਦਲ ਤੋਂ ਬੰਦਾ ਜਿੱਤੇ ਉਹੀ ਸਿੱਖ ਆ। ਇਹ ਬਾਦਲ ਦੀ ਨਿਗਾਹ ਤੇ ਕਮ ਸੇ ਕਮ ਇਹੀ ਹੈ, ਬਾਦਲ ਦੀ ਨਿਗਾਹ ਤੇ ਕਮ ਸੇ ਕਮ ਇਹੀ ਆ, ਨਾਲ ਇਸ ਜਥੇਦਾਰ ਦੀ ਨਿਗਾਹ 'ਚ ਵੀ। ਹਾਂਜੀ, ਲੱਗਦਾ ਕਿ ਇਹ ਪਰਿਵਾਰ ਜਾਂ ਸ਼੍ਰੋਮਣੀ ਅਕਾਲੀ ਦਲ ਜਿਹੜੇ ਲੋਕ ਮੋਢੀ ਨੇ ਚਲਾ ਰਹੇ ਨੇ, ਜਿਸ ਤਰ੍ਹਾਂ ਤੁਸੀਂ ਕਿਹਾ ਕਿ ਪੱਲਾ ਗਲ 'ਚ ਪਾ ਕੇ ਖੇਮਾ ਜਾ ਚੁਕਾਉਣ, ਜਾਂ ਦੂਜੇ ਪਾਸੇ ਭਾਈ ਜਿਹੜੇ ਹਰਪ੍ਰੀਤ ਸਿੰਘ ਹੋਣੀ ਨਾ, ਉਹ ਆਪਣੇ ਉਹ ਬਿਆਨ ਵਾਪਸ ਲੈਣ ਜਿਨ੍ਹਾਂ ਨੇ ਕਿਹਾ ਕਿ ਸਿੱਖ ਬਦਤਮੀਜ਼ ਹੋ ਗਏ ਨੇ, ਦਿੱਲੀ ਬਚਾਵੇ। ਹੁਣ ਕੌਣ ਪਹਿਲ ਕਰੇਗਾ ਜੀ? ਇਹਨਾਂ ਦੀ ਪਹਿਲ ਪੁਲ ਤੇ ਕਿਸੇ ਨੇ ਕੀ ਕਰਨੀ ਹੈ ਜੀ? ਪਹਿਲ ਅਸੀਂ ਇਹ ਸਰਕਾਰ ਜਿਹੜੀ ਆ ਸ਼ਪਥ ਲੈ ਰਹੀ 16 ਨੂੰ, ਤੇ ਅਸੀਂ ਉਹਨਾਂ ਨੂੰ ਇਹ ਕਹਾਂਗੇ ਕਿ ਸਾਡੀਆਂ ਡਿਊ ਨੇ 11-12 ਸਾਲ ਤੋਂ ਇਲੈਕਸ਼ਨਾਂ, ਇੱਥੇ ਨਜਾਇਜ਼ ਕਬਜ਼ਾ ਪ੍ਰਕਾਸ਼ ਸਿੰਘ ਬਾਦਲ ਦਾ, ਇਮੀਡੀਏਟਲੀ ਇਲੈਕਸ਼ਨਾਂ ਕਰਾਓ। ਇਲੈਕਸ਼ਨਾਂ ਕਰਕੇ ਸੰਗਤ ਦੇ ਵਿੱਚੋਂ ਗੁਰਮੁਖ ਜਿਹੜੇ ਸੰਗਤ ਜਿਨ੍ਹਾਂ ਨੂੰ ਵੋਟਾਂ ਪਾ ਕੇ ਚੁਣੇ ਉਹ ਉੱਥੇ ਆਉਣ, ਉਹ ਇਸ ਜਥੇਦਾਰ ਨੂੰ ਦੱਸਣ ਵੀ ਤੇਰਾ ਘਰ ਕਿਹੜਾ ਤੇ ਤੇਰੇ ਬਾਦਲ ਦਾ ਘਰ ਕਿਹੜਾ। ਤੁਹਾਨੂੰ ਲੱਗਦਾ ਕਿ ਸਟੇਟ ਗੌਰਮੈਂਟ ਤੇ ਜੇ ਕੰਸੈਂਟ ਦੇ ਦਿੰਦੀ ਹੈਗੀ ਆ, ਸੈਂਟਰ ਤੇ ਬੀਜੇਪੀ ਬੈਠੀ, ਜਿੱਥੇ ਹੁਣ ਅਪੀਲਾਂ ਕੀਤੀਆਂ ਜਾ ਰਹੀਆਂ ਜਥੇਦਾਰ ਸਾਹਿਬ ਵੱਲੋਂ ਕਿ ਜੀ ਸ਼੍ਰੋਮਣੀ ਅਕਾਲੀ ਦਲ ਨੂੰ ਬਚਾ ਲਓ, ਨਹੀਂ ਉਹਨਾਂ ਦਿੱਤੀਆਂ, ਪਰ ਉਸੇ ਸੈਂਟਰ ਸਰਕਾਰ ਨੇ ਇਲੈਕਸ਼ਨ ਕਮਿਸ਼ਨ ਥਾਪ ਚੁੱਕਾ ਹੈ। ਇਹ ਅਮਰਿੰਦਰ ਸਿੰਘ ਦੀ ਮਿਹਰਬਾਨੀ ਨਾਲ ਉਸ ਇਲੈਕਸ਼ਨ ਕਮਿਸ਼ਨ ਨੂੰ ਇੱਕ ਦਫ਼ਤਰ ਨਹੀਂ ਮਿਲਿਆ, ਇੱਕ ਸਟਾਫ ਨਹੀਂ ਮਿਲਿਆ, ਉਹਨਾਂ ਜਾਣ ਕੇ ਲੇਟ ਕੀਤਾ। ਪਰ ਅੱਜ ਇੱਥੇ ਹੁਣ ਅਮਰਿੰਦਰ ਸਿੰਘ ਦੀ ਸਰਕਾਰ ਨਹੀਂ, ਅੱਜ ਆਪੋਜੀਸ਼ਨ ਸਰਕਾਰ ਆਈ ਹੈ। ਉਸ ਆਪੋਜੀਸ਼ਨ ਸਰਕਾਰ ਦਾ ਇਹ ਇੰਟਰਸਟ ਨਹੀਂ ਹੋਣਾ ਚਾਹੀਦਾ ਵੀ ਇਹ ਕਮੇਟੀ ਵੀ ਮੇਰੇ ਰਹਿਮੋ ਕਰਮ ਤੇ ਹੋਵੇ। ਇਹ ਸਿੱਖਾਂ ਦੀ ਸਭ ਤੋਂ ਉੱਚੀ ਤੇ ਸੁੱਚੀ ਉਹ ਸੰਸਥਾ ਜਿਹਦਾ ਸਭ ਤੋਂ ਪਹਿਲਾਂ ਆਜ਼ਾਦ ਭਾਰਤ ਦੇ ਵਿੱਚ ਸਭ ਤੋਂ ਵੋਟ ਪਾਉਣ ਦਾ ਅਧਿਕਾਰ ਜਿਸ ਨੂੰ ਮਿਲਿਆ ਸੀ, ਤੇ ਇਹਦੇ ਨਾਲ ਜਸਟਿਸ ਕਰਨਾ ਚਾਹੀਦਾ। ਅਸੀਂ ਇਹ ਡਿਮਾਂਡ ਕਰਾਂਗੇ ਕਿ ਸਭ ਤੋਂ ਪਹਿਲੀ ਕਲਮ ਜਿਹੜੀ ਆ ਇਲੈਕਸ਼ਨ ਦੇ ਤਰੀਕ ਤੇ ਚੱਲੇ। ਉਹਨਾਂ ਦੇ ਜਿਹੜੇ ਹੁਣ 16 ਤਰੀਕ ਨੂੰ ਭਗਵੰਤ ਮਾਨ ਨੇ ਰਸਮੀ ਤੌਰ ਤੇ ਸੂਬੇ ਦੇ ਮੁੱਖ ਮੰਤਰੀ ਬਣ ਜਾਣਗੇ, ਉਹ ਇਸ ਕਦਮਾਂ ਲੱਗੇ ਜਾਣਗੇ ਜਾਂ ਉਹ ਕਹਿੰਦੇ ਕਿ ਮੈਂ ਹਰਿਆ ਪੈਨ ਹੱਥ 'ਚ ਆ ਗਿਆ, ਸਹੀ ਫੈਸਲੇ ਆਉਣਗੇ? ਇਹ ਅਸੀਂ ਆਸ ਰੱਖਦੇ ਹਾਂ, ਜੇ ਲੋਕਾਂ ਨੇ ਉਹਨਾਂ 'ਤੇ ਭਰੋਸਾ ਕਰਕੇ ਵੋਟ ਪਾਈ ਤੇ ਅਸੀਂ ਆਸ ਰੱਖਦੇ ਹਾਂ ਕਿ ਜਿੰਨਾ ਕੁ ਸਮਾਂ ਉਹਨਾਂ ਨੂੰ ਪ੍ਰਮਾਤਮਾ ਨੇ ਦਿੱਤਾ ਉਹ ਪ੍ਰਮਾਤਮਾ ਨੂੰ ਹਾਜ਼ਰ ਨਾਜ਼ਰ ਸਮਝ ਕੇ ਇਲਾਕੇ ਦੇ ਲੋਕਾਂ ਦੀ, ਪੰਜਾਬ ਦੇ ਲੋਕਾਂ ਦੀ ਸੇਵਾ ਕਰਨ, ਤੇ ਉਹਨਾਂ ਦੀ ਕਰਮ ਤੇ ਉਹਨਾਂ ਦਾ ਜਿਹੜਾ ਕਾਰਜ ਖੇਤਰ ਆ ਉਹਦੇ ਵਿੱਚੋਂ ਇਹ ਨਿਕਲੇ ਕਿ ਵੀ ਪਹਿਲੀਆਂ ਸਰਕਾਰਾਂ ਫੇਲ ਸਨ, ਇਹ ਚੰਗੀ ਸੀ। ਤਾਂ ਲੱਗਦਾ ਹੁਣ ਆਸ ਰੱਖਦੇ ਹਾਂ ਜਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦਾ ਹਸ਼ਰ ਹੋਇਆ, ਇਸ ਹਸ਼ਰ 'ਚੋਂ ਕੋਈ ਚੰਗਾ ਵਿਕਲਪ ਨਿਕਲ ਸਕਦਾ ਜੀ? ਜੇ ਪ੍ਰਕਾਸ਼ ਸਿੰਘ ਬਾਦਲ ਦਾ ਪਰਿਵਾਰ ਅੱਜ ਵੀ ਗੱਲ 'ਚ ਪੱਲਾ ਪਾ ਕੇ ਅਕਾਲ ਤਖਤ ਤੇ ਆ ਜਾਵੇ ਵੀ ਸਾਥੋਂ ਗੁਨਾਹ ਹੋਇਆ, ਅਸੀਂ ਲਗਾਤਾਰ 4-5 ਇਲੈਕਸ਼ਨਾਂ ਹਾਰ ਚੁੱਕੇ ਹਾਂ,
ਤੇ ਉਹਦੇ ਬਾਵਜੂਦ ਨੀਵੇਂ ਜਾ ਰਹੇ ਆ 97 ਚ 73 ਸੀਟਾਂ ਆਈਆਂ, ਉਹਦੇ ਬਾਅਦ 41 ਆਈਆਂ, ਉਹਦੇ ਬਾਅਦ 46 ਆਈਆਂ, ਪਰ ਵੋਟ ਪਰਸੈਂਟੇਜ ਘਟ ਗਈ। ਉਹਦੇ ਬਾਅਦ ਇਹ ਲੋਕ ਸਭਾ ਹਾਰ ਗਏ। ਉਹਦੇ ਬਾਅਦ ਫਿਰ ਵਿਧਾਨ ਸਭਾ 'ਚ 14-15 ਆਈਆਂ। ਅੱਜ 14-15 ਦੀ ਬਜਾਏ 3 ਆਈਆਂ। ਤਿੰਨਾਂ 'ਚੋਂ ਵੀ ਇੱਕੋ ਹੀ ਪੱਗ ਵਾਲਾ, ਪਤਾ ਨਹੀਂ ਉਹ ਅਕਾਲੀ ਹੈ ਕਿ ਨਹੀਂ, ਪਰ ਪੱਗ ਵਾਲੇ ਇੱਕੋ ਹੀ ਆ। ਤਿੰਨਾਂ ਸਾਰੀਆਂ ਸਟੇਟਾਂ 'ਚੋਂ ਇੱਕ ਮਾਝਾ, ਇੱਕ ਮਾਝੇ 'ਚੋਂ ਆਈ, ਇੱਕ ਦੁਆਬੇ 'ਚੋਂ ਆਈ, ਇੱਕ ਮਾਲਵੇ 'ਚੋਂ ਆਈ। ਪੱਗ ਵਾਲਾ ਇਹਨਾਂ ਤਿੰਨਾਂ 'ਚੋਂ ਵੀ ਇੱਕ ਹੀ ਆ। ਇਸ ਮੁਕਾਮ 'ਤੇ ਅਕਾਲੀ ਦਲ ਨੂੰ ਪਹੁੰਚਾਉਣ ਦੀ ਜ਼ਿੰਮੇਵਾਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਹਦੇ ਪੁੱਤਰ ਦੀ ਹੈ। ਉਹਨਾਂ ਨੂੰ ਇਹ ਤੋਬਾ ਕਰ ਲੈਣੀ ਚਾਹੀਦੀ ਹੈ ਵੀ ਇਹ ਰਹਿਮ ਕਰਨਾ ਚਾਹੀਦਾ ਸਿੱਖ ਕੌਮ 'ਤੇ, ਵੀ ਜੇ ਸਿੱਖ ਕੌਮ ਆ ਅਤੇ ਸਿੱਖ ਕੌਮ ਨੂੰ ਗੁਰੂ ਸਾਹਿਬ ਨੇ ਇੱਕ ਪਰਿਵਾਰ ਬਣਾਇਆ, ਤੁਸੀਂ ਆਪਣਾ ਪਰਿਵਾਰ ਪਾਲਣ ਲਈ ਇਹਦਾ ਬੇੜਾ ਗਰਕ ਕਰ ਦਿੱਤਾ। ਇਹ ਭਾਈ ਸਾਹਿਬ ਮੇਰਾ ਆਖਰੀ ਸਵਾਲ ਹੈ, ਲਗਭਗ ਸੂਬੇ ਦੇ 72% ਲੋਕਾਂ ਨੇ ਵੋਟਾਂ ਪਾਈਆਂ, 72% 'ਚ 92 ਆਮ ਆਦਮੀ ਪਾਰਟੀ ਮਿਲ ਗਿਆ, 18 ਕਾਂਗਰਸ ਨੂੰ, 3 ਸ਼੍ਰੋਮਣੀ ਅਕਾਲੀ ਨੂੰ। 72% ਜੋ ਮੈਨੂੰ ਲੱਗਦਾ ਕਿ 60 ਆਸ-ਪਾਸ ਜਿਹੜਾ ਸਿੱਧਾ ਸਿੱਖ ਭਾਈਚਾਰੇ ਨਾਲ ਸੰਬੰਧ ਰੱਖਣ ਵਾਲੇ ਵੋਟਰ ਹੋਣਗੇ ਜੀ ਜੀ। ਤੇ ਜਥੇਦਾਰ ਸਾਹਿਬ ਦਾ ਇਸ਼ਾਰਾ ਉਧਰ ਉਹ ਬਦਤਮੀਜ਼ ਹੋ ਗਏ ਜੀ। ਬਿਲਕੁਲ, ਮੈਨੂੰ ਇਹੀ ਲੱਗਦਾ ਉਹਨੇ ਗਾਲ ਕੱਢੀ ਆ, ਉਹਨਾਂ ਸਿੱਖਾਂ ਨੂੰ ਗਾਲ ਕੱਢੀ ਜਿਹੜੇ ਉਹਦੇ ਆਕਾ ਨੂੰ ਵੋਟ ਨਹੀਂ ਪਾ ਸਕੇ। ਇਹਨੂੰ ਅਕਲ ਕਰਨੀ ਚਾਹੀਦੀ। ਬਾਬੇ ਧੁੰਮੇ ਨੇ ਵੀ ਅਰਦਾਸ ਕੀਤੀ, ਅਸੀਂ ਉੱਤੇ ਕਿੰਤੂ ਪਰੰਤੂ ਨਹੀਂ ਕਰਦੇ। ਬਾਬਾ ਧੁੰਮੇ ਨੇ ਤੇ ਲੋਕਾਂ ਨੂੰ ਵੀ ਕਿਹਾ ਵੀ ਕੇਸੀ ਇਸ਼ਨਾਨ ਕਰਕੇ ਤੇ ਤੁਸੀਂ ਵੋਟ ਪਾਇਓ ਸਵੇਰੇ। ਤੇ ਇੱਧਰੋਂ ਜਿਹਨੂੰ ਜਿਉਂਦਾ ਸ਼ਹੀਦ ਦਾ ਰੁਤਬਾ ਦਿੱਤਾ ਹੈ, ਇਸੇ ਗਿਆਨੀਆਂ ਨੇ ਜਿਹੜੇ ਬੈਠੇ ਨੇ ਅੱਜ ਰੌਲਾ ਪਾਉਂਦੇ ਨੇ, ਜਿਉਂਦਾ ਸ਼ਹੀਦ ਦਾ ਰੁਤਬਾ ਦਿੱਤਾ ਜਿਹਨੂੰ ਰਾਜੋਆਣੇ ਨੂੰ, ਉਹਨੇ ਬੜੀ ਤਕੜੀ ਅਪੀਲ ਕੀਤੀ ਕਿ ਮੇਰੇ ਬਾਪ ਨੂੰ ਸ਼ਰਧਾਂਜਲੀ ਇਹ ਹੋਊਗੀ ਕਿ ਬਾਦਲ ਨੂੰ ਵੋਟਾਂ ਪਾਓ। ਪਰ ਅਸੀਂ ਉਹਨਾਂ 'ਤੇ ਇਤਰਾਜ਼ ਨਹੀਂ ਕੀਤਾ, ਕਿਉਂਕਿ ਉਹ ਕਿਸੇ ਮੁਕਾਮ 'ਤੇ ਨਹੀਂ ਬੈਠੇ ਇਹੋ ਜਿਹੇ, ਇਹ ਅਕਾਲ ਤਖਤ 'ਤੇ ਬੈਠਾ। ਇਹਨੂੰ ਅਕਲ ਕਰਨੀ ਚਾਹੀਦੀ ਬੋਲਣ ਲੱਗਿਆ। ਚਲੋ ਬਾਬਾ ਮਿਹਰਬਾਨੀ। ਧੰਨਵਾਦ ਜੀ, ਧੰਨਵਾਦ ਜੀ। ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਜਿਹੜਾ ਬਿਆਨ ਦਿੱਤਾ ਗਿਆ ਲਾਜ਼ਮੀ ਤੌਰ ਤੇ ਵਿਵਾਦਾਂ ਦੇ ਨਾਲ ਭਰਿਆ, ਕਿਉਂਕਿ ਉਹਨੇ ਕਿਹਾ ਕਿ ਹੁਣ ਸੈਂਟਰ ਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਬਚਾਉਣ ਵਾਸਤੇ ਅੱਗੇ ਆਉਣਾ ਚਾਹੀਦਾ। ਸੈਂਟਰ ਮਤਲਬ ਸਰਕਾਰ, ਤੇ ਸਰਕਾਰਾਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਲੜਦਾ ਰਿਹਾ। ਤੇ ਅੱਜ ਜਿਹੜੇ ਉਹਨਾਂ ਨੇ ਬਿਆਨ ਦਿੱਤੇ ਨੇ ਉਹਦੇ ਕੀ ਮਾਇਨੇ ਸਿਆਸੀ ਕੱਢੇ ਜਾ ਸਕਦੇ ਨੇ, ਇਹ ਸਮਾਂ ਦੱਸੇਗਾ। ਲੇਕਿਨ ਜਥੇਦਾਰ ਸਾਹਿਬ ਦੀ ਜਿਹੜੀ ਸਟੇਟਮੈਂਟ ਆ ਇਹ ਵਿਵਾਦਾਂ ਦੇ ਵੀ ਨਾਲ ਘਿਰ ਗਈ ਹੈ। ਕੈਮਰਾ ਮਨਦੀਪ ਸਿੰਘ ਦੇ ਨਾਲ ਜਗਤਾਰ ਸਿੰਘ ਪੁੱਲਰ, ABC ਪੰਜਾਬ, ਚੰਡੀਗੜ੍ਹ।